ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਵੇਲਿਆਂ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਇੱਕ ਸਾਧੂ ਬਾਬਾ ਰਹਿੰਦਾ ਸੀ। ਨਗਰ ਤੋਂ ਪਾਸੇ ਜਿੱਥੇ ਜੰਗਲ ਸ਼ੁਰੂ ਹੁੰਦਾ ਸੀ, ਉਸ ਜੰਗਲ ਦੇ ਇੱਕ ਕੋਨੇ ਵਿੱਚ ਉਸਨੇ ਆਪਣੀ ਕੁਟੀਆ ਬਣਾਈ ਹੋਈ ਸੀ। ਨਾਲ ਛੋਟੇ ਛੋਟੇ ਕਾਨਿਆਂ ਦੇ ਉਸਨੇ ਕੁਝ ਹੋਰ ਕੁਟੀਆਨੁਮਾ ਆਕਾਰ ਬਣਾਏ ਹੋਏ ਸਨ, ਤਾਂ ਕਿ ਜਦੋਂ ਉਸਦੇ ਭਗਤ ਉਸਦੇ ਚੇਲੇ ਉੱਥੇ ਆਉਣ ਜਾਣ, ਜੇ ਕਿਤੇ ਮੌਸਮ ਖਰਾਬ ਹੋ ਜੇ, ਉਹਨਾਂ ਨੂੰ ਰਾਤ ਰੁਕਣੀ ਪੈ ਜੇ, ਤਾਂ ਉਹਨਾਂ ਨੂੰ ਕੋਈ ਦਿੱਕਤ ਮੁਸੀਬਤ ਨਾ ਆਵੇ। ਕਹਿਣ ਤੋਂ ਭਾਵ ਕਿ ਉਸਨੇ ਪ੍ਰਬੰਧ ਕਰ ਰੱਖਿਆ ਸੀ। ਉਸ ਨੂੰ ਜੰਗਲ ਦੀਆਂ ਜੜੀਆਂ ਬੂਟੀਆਂ ਦੀ ਜਾਣਕਾਰੀ ਸੀ। ਕੋਈ ਵੀ ਉੱਥੇ ਰੋਗ ਲੈ ਕੇ ਆਉਂਦਾ, ਬਿਮਾਰ ਆਉਂਦਾ, ਛੋਟੇ ਮੋਟੇ ਦੁੱਖ ਕਿਸੇ ਨੂੰ ਵੀ ਹੁੰਦੇ, ਤਾਂ ਉਹ ਬਾਬਾ ਉਹਨਾਂ ਨੂੰ ਠੀਕ ਕਰ ਦਿਆ ਕਰਦਾ ਸੀ। ਉਸ ਬਾਬੇ ਦਾ ਨਾਮ ਨੇੜਲੇ 5-7 ਪਿੰਡਾਂ ਦੇ ਵਿੱਚ ਸੀ ਕਿ ਜਦੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ, ਜੇ ਕਿਸੇ ਵੈਦ ਹਕੀਮ ਤੋਂ ਠੀਕ ਨਹੀਂ ਹੁੰਦਾ, ਤਾਂ ਉਸ ਬਾਬੇ ਦੇ ਆਸ਼ਰਮ ਚਲੇ ਜਾਓ, ਉਹ ਠੀਕ ਕਰ ਦਿਆ ਕਰੂਗਾ। ਬਾਬੇ ਨੇ ਇੱਕ ਹੋਰ ਹੁਣ ਤੱਕ ਨਿਯਮ ਕਾਇਮ ਰੱਖਿਆ ਸੀ ਕਿ ਉਹ ਇਕੱਲਾ ਸਾਰਾ ਕੁਝ ਕਰਦਾ ਸੀ। ਉਸਦਾ ਕੋਈ ਚੇਲਾ ਉਸਦੇ ਨਾਲ ਉਸ ਕੁਟੀਆ ਦੇ ਵਿੱਚ ਨਹੀਂ ਸੀ ਰਹਿੰਦਾ। ਕਈ ਲੋਕ ਤਾਂ ਇਹ ਵੀ ਕਹਿੰਦੇ ਸੀ ਕਿ ਉਹ ਇਨਸਾਨ ਢੋਂਗੀ ਹੈ, ਪਰ ਕਿਸੇ ਨੂੰ ਸਪਸ਼ਟ ਤੌਰ ਤੇ ਪਤਾ ਨਹੀਂ ਸੀ। ਬਾਬੇ ਦੇ ਕੋਲ ਆਏ ਦਿਨ ਕੋਈ ਨਾ ਕੋਈ ਆਇਆ ਰਹਿੰਦਾ, ਕੋਈ ਦੁੱਖ ਲੈ ਕੇ, ਕੋਈ ਰੋਗ ਲੈ ਕੇ, ਜਾਂ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੋਈ ਆਪਣਾ ਭਵਿੱਖ ਦੇਖਣ ਆਇਆ ਕਰਦਾ। ਦੁੱਖਾਂ ਰੋਗਾਂ ਵਾਲਿਆਂ ਨੂੰ ਉਹ ਕੁਛ ਨਾ ਕੁਛ ਦੇ ਦਿਆ ਕਰਦਾ। ਜੇਕਰ 10 ਬੰਦੇ ਆਏ ਆ ਤਾਂ ਵਿੱਚੋਂ 2-4 ਤਾਂ ਠੀਕ ਹੋ ਹੀ ਜਾਂਦੇ ਸੀ। ਤੇ ਇਸੇ ਤਰੀਕੇ ਨਾਲ ਭਵਿੱਖਬਾਣੀ ਕਰਨ ਵਾਲਿਆਂ ਨੂੰ, ਆਕਾਸ਼ਬਾਣੀ ਕਰਵਾਉਣ ਵਾਲਿਆਂ ਨੂੰ ਵੀ ਉਹ ਕੁਛ ਨਾ ਕੁਛ ਦੱਸ ਕੇ ਤੋਰਿਆ ਕਰਦਾ ਸੀ। ਇਸ ਕਰਕੇ ਜਦੋਂ ਕਿਸੇ ਦੇ ਬਾਰੇ ਕੋਈ ਗੱਲ ਸੱਚ ਹੋ ਜਾਂਦੀ ਤੇ ਉਸਦੀ ਹੋਰ ਮਹਿਮਾ ਵੱਧ ਜਾਂਦੀ। ਕਹਿਣ ਤੋਂ ਭਾਵ ਕਿ ਉਸਦਾ ਨਾਮ ਚੰਗਾ ਚੱਲ ਰਿਹਾ ਸੀ। ਕਦੇ ਕੋਈ ਕਿਤੋਂ ਆ ਜਾਂਦਾ, ਕਦੇ ਕੋਈ ਕਿਤੋਂ। ਕੋਈ ਉਸਦੇ ਲਈ ਅਨਾਜ ਲੈ ਕੇ ਆਉਂਦਾ, ਕੋਈ ਉਸਨੂੰ ਭੇਟਾਂ ਦੇ ਰੂਪ ਵਿੱਚ ਮਾਇਆ ਦੇ ਜਾਇਆ ਕਰਦਾ, ਤੇ ਕੋਈ ਸਵਾਦਿਸ਼ਟ ਪਕਵਾਨ ਘਰੋਂ ਹੀ ਪਕਾ ਕੇ ਉਸ ਸਾਧ ਲਈ, ਉਸ ਬਾਬੇ ਲਈ ਲੈ ਕੇ ਆਇਆ ਕਰਦਾ ਸੀ। ਇਸੇ ਤਰੀਕੇ ਨਾਲ ਉਸ ਸਾਧੂ ਬਾਬੇ ਕੋਲੇ ਇੱਕ ਦਿਨ ਇੱਕ ਸੇਠ ਆ ਗਿਆ। ਉਹ ਆ ਕੇ ਕਹਿਣ ਲੱਗੇ ਕਿ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਹੋ ਰਹੀ, ਬਸ ਠੀਕ ਠਾਕ ਜਿਹਾ ਚੱਲ ਰਿਹਾ, ਇਸ ਤਰ੍ਹਾਂ ਨਹੀਂ ਕਿ ਘਾਟਾ ਪੈ ਰਿਹਾ, ਪਰ ਬਹੁਤੀ ਤਰੱਕੀ ਨਹੀਂ ਹੋ ਰਹੀ। ਮੈਂ ਤੁਹਾਡੇ ਤੋਂ ਇਹ ਪਤਾ ਕਰਨ ਆਇਆ ਕਿ ਮੇਰਾ ਭਵਿੱਖ ਕਿਹੋ ਜਿਹਾ, ਕਿੰਨੇ ਕੁ ਸਮੇਂ ਦੇ ਵਿੱਚ ਮੈਂ ਹੋਰ ਕਾਰੋਬਾਰ ਨੂੰ ਕਈ ਗੁਣਾ ਵਧਾ ਲਵਾਂਗਾ, ਕਿੰਨੇ ਕੁ ਸਮੇਂ ਦੇ ਵਿੱਚ ਕਾਰੋਬਾਰ ਵਿੱਚ ਤਰੱਕੀਆਂ ਹੋਣ ਲੱਗਣਗੀਆਂ। ਤਾਂ ਸਾਧੂ ਬਾਬਾ ਉੱਤਰ ਦਿੰਦਾ ਕਿ ਦੇਖ ਭਾਈ, ਜਿੰਨਾ ਕੁ ਮੈਂ ਦੇਖ ਪਾ ਰਿਹਾ, ਆਉਣ ਵਾਲੇ 2 ਸਾਲਾਂ ਦੇ ਵਿੱਚ ਤੇਰਾ ਕਾਰੋਬਾਰ ਜਮਾਂ ਠੱਪ ਹੋ ਜਾਣਾ। ਤੇਰਾ ਜਿਹੜਾ ਕਾਰੋਬਾਰ ਹੈ ਉਹ ਛੁੱਟ ਜਾਵੇਗਾ। ਤੈਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ, ਧੱਕੇ ਖਾਣੇ ਪੈਣਗੇ, ਤੈਨੂੰ ਲੋਕਾਂ ਦੀਆਂ ਦਿਹਾੜੀਆਂ ਤੱਕ ਕਰਨੀਆਂ ਪੈ ਸਕਦੀਆਂ ਨੇ, ਜਿਹੜਾ ਕਿ ਮੈਂ ਭਵਿੱਖ ਦੇ ਰਿਹਾ। ਉਹ ਸੇਠ ਬੁਰੀ ਤਰ੍ਹਾਂ ਡਰ ਗਿਆ। ਸ਼ਾਇਦ ਇਹ ਬਾਬੇ ਦਾ ਢੰਗ ਸੀ, ਤਰੀਕਾ ਸੀ। ਉਹ ਕਹਿੰਦਾ ਕਿ ਕੋਈ ਨਾ ਕੋਈ ਉਪਾਅ ਤਾਂ ਜ਼ਰੂਰ ਹੋਏਗਾ। ਉਸ ਬਾਬੇ ਨੇ ਉਸਨੂੰ ਇੱਕ ਔਖਾ ਉਪਾਅ ਦੱਸਤਾ। ਸੇਠ ਕਹਿਣ ਲੱਗਾ ਕਿ ਮੇਰੇ ਤੋਂ ਨਹੀਂ ਹੋਣਾ। ਜਿੰਨੀ ਰਾਸ਼ੀ ਚਾਹੀਦੀ ਹੈ, ਜਿੰਨੀ ਭੇਟਾ ਚਾਹੀਦੀ, ਉਹ ਮੈਂ ਦੇ ਜਾਣਾ, ਪਰ ਮੇਰਾ ਕਾਰੋਬਾਰ ਠੱਪ ਨਾ ਹੋਣ ਦਿਓ। ਫਿਰ ਬਾਬਾ ਕਹਿਣ ਲੱਗਿਆ ਕਿ ਠੀਕ ਹੈ, ਜਦੋਂ ਤੂੰ ਭੇਟਾ ਹੀ ਦੇ ਦਿੱਤੀ, ਜਿਹੜਾ ਮੈਂ ਉਪਾਅ ਦੱਸੂਗਾ ਉਹ ਮੈਂ ਆਪ ਜਾ ਕੇ ਕਰ ਆਊਂਗਾ, ਤਾਂ ਫਿਰ ਤੇਰਾ ਕਾਰੋਬਾਰ ਬਿਲਕੁਲ ਠੱਪ ਨਹੀਂ ਹੋਵੇਗਾ। ਸੇਠ ਖੁਸ਼ੀ ਖੁਸ਼ੀ ਆਪਣੀ ਜੇਬ ਦੇ ਵਿੱਚੋਂ ਇੱਕ ਭਾਰੀ ਭਰਕਮ ਰਕਮ ਉਸ ਬਾਬੇ ਨੂੰ ਦੇ ਕੇ ਉੱਥੋਂ ਚਲਿਆ ਗਿਆ, ਤੇ ਨਾਲ ਦੀ ਨਾਲ ਹੁਣ ਖੁਸ਼ ਜਾ ਰਿਹਾ ਸੀ ਕਿ ਮੈਂ ਆਪਣਾ ਭਵਿੱਖ ਸੁਰੱਖਿਅਤ ਕਰ ਆਇਆ। ਇਸੇ ਤਰੀਕੇ ਇੱਕ ਦਿਨ ਉਹਦੇ ਕੋਲ ਕਿਸਾਨ ਆ ਗਿਆ। ਉਸੇ ਨੇ ਆ ਕੇ ਇਹੀ ਗੱਲ ਕਹੀ ਕਿ ਮੇਰੇ ਪਿੜ ਪੱਲੇ ਕੱਖ ਨਹੀਂ ਪੈਂਦਾ, 6 ਮਹੀਨੇ ਰੱਜ ਕੇ ਮਿਹਨਤ ਕਰਦਾ, ਪਰ ਮਿਹਨਤ ਦਾ ਮੁੱਲ ਨਹੀਂ ਮੁੜਦਾ। ਇਹ ਜਾਣਨਾ ਚਾਹੁੰਦਾ ਕਿ ਅਗਲੀ ਫਸਲ ਮੈਨੂੰ ਕੁਝ ਦੇ ਜਾਊਗੀ ਕਿ ਨਹੀਂ। ਉਸਨੂੰ ਵੀ ਉਸਨੇ ਉਸੇ ਤਰੀਕੇ ਨਾਲ ਡਰਾਵਨਾ ਭਵਿੱਖ ਵਿਖਾ ਦਿੱਤਾ ਕਿ ਤੇਰਾ ਕਾਰੋਬਾਰ ਚੌਪਟ ਹੋਣ ਵਾਲਾ। ਉਹ ਵੀ ਡਰ ਗਿਆ ਤੇ ਉਹ ਵੀ ਇੱਕ ਮੋਟੀ ਰਕਮ ਇਸ ਬਾਬੇ ਨੂੰ ਦੇਖ ਕੇ ਉੱਥੋਂ ਚਲਿਆ ਗਿਆ। ਇੱਕ ਦਿਨ ਇੱਕ ਆੜਤੀ ਸੇਠ ਆਇਆ, ਜੋ ਕਿ ਸਾਲ ਕੁ ਪਹਿਲਾਂ ਬਾਬੇ ਕੋਲੇ ਹੋ ਕੇ ਗਿਆ ਸੀ। ਉਸਨੇ ਗੱਡਾ ਅਨਾਜ ਦਾ ਭਰਿਆ ਹੋਇਆ ਤੇ ਉਸਦੀ ਮਹਿਮਾ ਗਾਉਂਦਾ ਆਉਂਦਾ ਸੀ ਕਿ ਤੁਸੀਂ ਮੈਨੂੰ ਇੱਕ ਢੰਗ ਦੱਸਿਆ ਸੀ, ਤਰੀਕਾ ਦੱਸਿਆ ਸੀ, ਉਹਦੇ ਨਾਲ ਕਾਰੋਬਾਰ ਦੇ ਵਿੱਚ ਤਰੱਕੀਆਂ ਹੋ ਗਈਆਂ ਨੇ। ਇਸ ਕਰਕੇ ਇਹ ਅਨਾਜ ਮੈਂ ਤੁਹਾਡੇ ਡੇਰੇ ਨੂੰ, ਤੁਹਾਡੇ ਆਸ਼ਰਮ ਨੂੰ, ਤੁਹਾਡੇ ਅਸਥਾਨ ਨੂੰ ਦਾਨ ਕਰਨ ਲਈ ਆਇਆ ਹਾਂ। ਇਹ ਸਾਰਾ ਕੁਝ ਇੱਕ ਠੱਗ ਨੇ ਲੁੱਕ ਕੇ ਦੇਖ ਲਿਆ। ਉਹ ਕੁਟੀਆ ਦੀ ਕਈ ਦਿਨ ਨਿਗਰਾਨੀ ਕਰਦਾ ਰਿਹਾ ਕਿ ਬਾਬਾ ਕੀ ਕੁਝ ਕਰਦਾ ਹੈ। ਉਸਨੇ ਹਿਸਾਬ ਲਗਾ ਲਿਆ ਕਿ ਬਾਬਾ ਚੰਗੀ ਕਮਾਈ ਕਰਦਾ ਹੈ। ਹੁਣ ਉਸਨੂੰ ਸਮਝ ਆ ਗਿਆ ਕਿ ਜੇ ਬਾਬੇ ਕੋਲੋਂ ਚੋਰੀ ਕਰਨੀ ਹੈ ਤੇ ਇਸਦਾ ਚੇਲਾ ਬਣਨਾ ਪਵੇਗਾ। ਇੱਕ ਦਿਨ ਭੱਜਿਆ ਆਉਂਦਾ ਤੇ ਆ ਕੇ ਉਹਦੇ ਚਰਨਾਂ 'ਚ ਪੈ ਜਾਂਦਾ। ਕਹਿੰਦਾ, ਮੇਰੇ ਪਿੱਛੇ ਬਹੁਤ ਸਾਰੇ ਲੋਕ ਲੱਗੇ ਹੋਏ ਨੇ, ਮੈਂ ਕਰਜ਼ਈ ਹਾਂ, ਮੇਰੇ ਖਾਣ ਲਈ ਇੱਕ ਵੀ ਪੈਸਾ ਨਹੀਂ ਬਚਿਆ, ਕਈ ਦਿਨਾਂ ਦਾ ਭੁੱਖਾ ਹਾਂ। ਮੈਨੂੰ ਆਸ਼ਰਮ ਦੇ ਵਿੱਚ ਪਨਾਹ ਦੇ ਦਿਓ, ਤੁਹਾਡੀ ਸੇਵਾ ਕਰਿਆ ਕਰੂੰਗਾ, ਤੁਹਾਡੇ ਲਈ ਖਾਣ ਪੀਣ ਦਾ ਇੰਤਜ਼ਾਮ ਕਰੂੰਗਾ, ਤੁਹਾਨੂੰ ਮੈਂ ਤੁਹਾਡੇ ਸਰੀਰ ਦੀ ਮਾਲਿਸ਼ ਤੱਕ ਵੀ ਕਰਿਆ ਕਰੂੰਗਾ। ਇਸ ਕਰਕੇ ਮੈਨੂੰ ਆਪਣੀ ਕੁਟੀਆ ਦੇ ਵਿੱਚ ਇੱਥੇ ਪਨਾਹ ਦੇ ਦਿਓ, ਮੈਨੂੰ ਆਪਣਾ ਪੱਕਾ ਸ਼ਾਗਿਰਦ ਬਣਾ ਲਿਓ। ਬਾਬੇ ਨੇ ਸੋਚਿਆ ਕਿ ਹੁਣ ਤੱਕ ਕੰਮ ਵਾਲਾ ਕਾਮਾ ਵੀ ਕੋਈ ਨਹੀਂ, ਇੱਕ ਮੁਫਤ ਦਾ ਕਾਮਾ ਮਿਲ ਜਾਵੇਗਾ ਤੇ ਦੇਣਾ ਕੀ ਹੈ, 2 ਵੇਲੇ ਦੀ ਰੋਟੀ। ਕਹਿੰਦੇ ਠੀਕ ਹੈ ਬੱਚਾ, ਮੈਨੂੰ ਪਰਮਾਤਮਾ ਵੱਲੋਂ ਭਵਿੱਖਬਾਣੀ ਹੋਈ ਸੀ ਕਿ ਕੁਝ ਦਿਨ ਬਾਅਦ ਇਸ ਡੇਰੇ ਦੇ ਵਿੱਚ ਇੱਕ ਬੱਚੇ ਨੇ ਆਉਣਾ ਹੈ ਤੇ ਉਸਨੂੰ ਪੱਕੇ ਤੌਰ ਤੇ ਇੱਥੇ ਰੱਖ ਲਈ, ਤੇ ਮੇਰਾ ਖਿਆਲ ਉਹ ਤੇਰਾ ਹੀ ਜ਼ਿਕਰ ਹੋਇਆ ਸੀ। ਬਾਬੇ ਨੇ ਉਸਨੂੰ ਕੋਲ ਰੱਖ ਲਿਆ।
ਹੁਣ ਬਾਬੇ ਦੇ ਕੋਲ ਸੇਵਾ ਕਰਦਾ, ਦੋਵੇਂ ਵੇਲੇ ਰੋਟੀ ਬਣਾਉਂਦਾ, ਆਏ ਗਿਆਂ ਦਾ ਵੀ ਦੇਖਭਾਲ ਕਰਦਾ, ਬਾਬੇ ਦੀ ਮਾਲਿਸ਼ ਕਰਦਾ, ਸੇਵਾ ਕਰਦਾ। ਕਹਿਣ ਤੋਂ ਭਾਵ ਕਿ ਬਾਬੇ ਦਾ ਉਸਨੇ ਚੰਗਾ ਧਿਆਨ ਕਈ ਦਿਨ ਭਟਕਾ ਕੇ ਰੱਖਿਆ। ਇੱਕ ਵਾਰ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਚੋਰ ਹੈ। ਨਾਲ ਦੀ ਨਾਲ ਉਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਾ ਰਿਹਾ। ਉਸਨੂੰ ਪਤਾ ਲੱਗ ਗਿਆ ਕਿ ਬਾਬਾ ਜਿੰਨੀ ਵੀ ਮਾਇਆ ਆਉਂਦੀ ਹੈ ਉਸ ਨੂੰ ਇੱਕ ਪੋਟਲੀ ਦੇ ਵਿੱਚ ਪਾ ਕੇ ਰੱਖਦਾ ਹੈ, ਤੇ ਜਿੱਥੇ ਇਹ ਸੌਂਦਾ ਹੈ, ਜਿੱਥੇ ਇਸਨੇ ਧਰਤੀ ਦੇ ਉੱਤੇ ਚਟਾਈ ਵਿਛਾਈ ਹੋਈ ਹੈ, ਉਹਦੇ ਥੱਲੇ ਇਸਨੇ ਇੱਕ ਖੱਡਾ ਪੱਟਿਆ ਹੋਇਆ ਹੈ। ਉਸ ਜਗ੍ਹਾ ਤੇ ਇਹ ਸਾਰੀ ਮਾਇਆ ਇਕੱਠੀ ਕਰਦਾ ਹੈ। ਜੇ ਕੋਈ ਆਪਦਾ ਜੇਵਰ ਦੇ ਜਾਂਦਾ ਹੈ ਤੇ ਉਸ ਨੂੰ ਵੀ ਉਸੇ ਪੋਟਲੀ ਦੇ ਵਿੱਚ ਪਾ ਕੇ ਉਸੇ ਸਥਾਨ ਤੇ ਰੱਖਦਾ ਹੈ। ਪਹਿਲਾਂ ਉਸ ਕੁਟੀਆ ਦੇ ਵਿੱਚ ਕੋਈ ਵੀ ਨਹੀਂ ਸੀ ਜਾਂਦਾ, ਪਰ ਹੁਣ ਇਹ ਸੇਵਾਦਾਰ, ਕਿਉਂਕਿ ਜਦੋਂ ਬਾਬਾ ਆਰਾਮ ਕਰਨ ਲੱਗਦਾ ਉਹਦੀਆਂ ਲੱਤਾਂ ਬਾਹਾਂ ਘੁੱਟਦਾ, ਉਸ ਬਹਾਨੇ ਉਸ ਕੁਟੀਆ ਤੱਕ ਇਹ ਪਹੁੰਚਣ ਲੱਗ ਪਿਆ ਸੀ। ਇੱਕ ਦਿਨ ਇੱਕ ਮੀਆਂ ਬੀਬੀ ਆਉਂਦੇ ਨੇ, ਰੋਂਦੇ ਕਰਲਾਉਂਦੇ ਆਉਂਦੇ ਨੇ। ਉਹਨਾਂ ਦੇ ਕੋਲ ਉਹਨਾਂ ਦਾ ਬੱਚਾ ਹੁੰਦਾ ਹੈ। ਬੱਚਾ ਬੋਲ ਨਹੀਂ ਰਿਹਾ ਹੁੰਦਾ, ਬੇਸੁੱਧ ਹੁੰਦਾ ਹੈ, ਬੇਹੋਸ਼ ਹੁੰਦਾ ਹੈ। ਆ ਕੇ ਬਾਬੇ ਦੇ ਤਰਲੇ ਮਿੰਨਤਾਂ ਕਰਦੇ ਨੇ। ਬਾਬਾ ਉਹਨਾਂ ਨੂੰ ਥੋੜਾ ਜਿਹਾ ਸੰਜਮ ਦਿਵਾਉਂਦਾ ਹੈ। ਇੱਕ ਪੱਤਾ ਤੋੜ ਕੇ ਉਹਦਾ ਅਰਕ ਉਸ ਬੱਚੇ ਦੇ ਮੂੰਹ ਵਿੱਚ ਪਾ ਦਿੰਦਾ ਹੈ। ਬੱਚਾ ਬਿਲਕੁਲ ਠੀਕ ਹੋ ਜਾਂਦਾ ਹੈ। ਦੱਸਿਆ ਤੁਹਾਨੂੰ ਜਿਵੇਂ ਸ਼ੁਰੂਆਤ ਦੇ ਵਿੱਚ ਕਿ ਉਸ ਨੂੰ ਜੜੀ ਬੂਟੀਆਂ ਦੀ ਪਹਿਚਾਣ ਸੀ। ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਨੇ। ਇੱਕ ਵੇਲੇ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬੇਹੋਸ਼ੀ ਤੋਂ ਹਾਲਤ ਕਿਤੇ ਹੋਰ ਖਰਾਬ ਨਾ ਹੋ ਜਾਵੇ। ਤੇ ਹੁਣ ਜਦੋਂ ਬੱਚਾ ਉਹਨਾਂ ਦਾ ਉੱਠ ਕੇ ਤੁਰਨ ਫਿਰਨ ਲੱਗਦਾ ਹੈ, ਬਿਲਕੁਲ ਠੀਕ ਠਾਕ ਹੋ ਜਾਂਦਾ ਹੈ, ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਨੇ। ਉਹ ਦੋਵੇਂ ਮਾਲਦਾਰ ਲੋਕ ਸਨ, ਚੰਗੇ ਅਮੀਰ ਸਨ। ਉਹਨਾਂ ਦੇ ਕੋਲ ਜਿੰਨੇ ਵੀ ਉਹਨਾਂ ਨੇ ਜੇਵਰ ਪਹਿਨੇ ਹੋਏ ਸਨ, ਆਭੂਸ਼ਣ ਪਹਿਨੇ ਸਨ, ਉਹ ਸਾਰੇ ਉਤਾਰ ਕੇ ਬਾਬੇ ਦੀ ਝੋਲੀ ਪਾ ਦਿੱਤੇ ਤੇ ਕਹਿਣ ਲੱਗੇ, ਅੱਜ ਤੁਸੀਂ ਬਹੁਤ ਵੱਡਾ ਪਰਉਪਕਾਰ ਸਾਡੇ ਤੇ ਕਰ ਦਿੱਤਾ ਹੈ। ਜਿਹੜੇ ਘੋੜਾ ਰੱਥ ਦੇ ਉੱਤੇ ਉਹ ਚੜ੍ਹ ਕੇ ਆਏ ਸੀ, ਘੋੜਿਆਂ ਸਮੇਤ ਉਹ ਰੱਥ ਵੀ ਉਹਨਾਂ ਨੇ ਉਸ ਕੁਟੀਆ ਨੂੰ ਦਾਨ ਕਰ ਦਿੱਤਾ ਤੇ ਉੱਥੋਂ ਪੈਦਲ ਵਾਪਸ ਚਲੇ ਗਏ। ਅਗਲੇ ਦਿਨ ਉਹਨਾਂ ਦੇ ਨਗਰ ਦੇ ਕੁਝ ਲੋਕ ਬਾਬੇ ਕੋਲੇ ਆਏ। ਕਹਿਣ ਲੱਗੇ ਕਿ ਸਾਡੇ ਨਗਰ ਵਿੱਚ ਤੁਹਾਡੀ ਮਹਿਮਾ ਬਹੁਤ ਵੱਧ ਗਈ ਹੈ। ਤੁਸੀਂ ਇੱਕ ਬੱਚੇ ਨੂੰ ਤੰਦਰੁਸਤ ਕਰ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਇੱਕ ਫੇਰੀ ਤੁਸੀਂ ਸਾਡੇ ਨਗਰ ਪਾ ਕੇ ਆਓ। ਇਹਨਾਂ ਦੇ ਵਿੱਚ ਉਸ ਚੋਰ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਸੀ ਕਿ ਇਹ ਬਾਬਾ ਪਖੰਡੀ ਹੈ, ਕਿਉਂਕਿ ਇੱਕ ਦਿਨ ਉਹ ਸੌਂ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਜਿਹੜਾ ਸੇਠ ਆੜਤੀ ਸੇਠ ਜਿਹੜਾ ਅਨਾਜ ਲੈ ਕੇ ਆਇਆ ਸੀ, ਇਸ ਬਾਬੇ ਨੇ ਚੋਰੀ ਛਿਪੇ ਉਹ ਸਾਰਾ ਵੇਚ ਦਿੱਤਾ ਹੈ। ਹੁਣ ਉਸ ਨੂੰ ਪਤਾ ਲੱਗ ਗਿਆ ਸੀ ਕਿ ਸਾਰੀਆਂ ਚੀਜ਼ਾਂ ਵੇਚ ਵੱਟ ਦਿੰਦਾ ਹੈ। ਜੋ ਵੀ ਦਾਨ ਆਉਂਦਾ ਹੈ ਉਸ ਨੂੰ ਵੇਚ ਕੇ ਇਸ ਦਾ ਮੁੱਖ ਮੰਤਵ ਪੈਸੇ ਇਕੱਠੇ ਕਰਨਾ ਹੈ। ਅਗਲੇ ਦਿਨ ਬਾਬਾ ਕਹਿੰਦਾ ਕਿ ਆਪਾਂ ਜਾਣਾ ਹੈ ਉਸ ਨਗਰ ਜਿੱਥੋਂ ਉਹ ਆਪਾਂ ਨੂੰ ਬੱਚੇ ਲੈਣ ਆਏ ਸੀ, ਜਿਨ੍ਹਾਂ ਦਾ ਆਪਾਂ ਬੱਚਾ ਠੀਕ ਕੀਤਾ ਹੈ। ਚੋਰ ਕਹਿੰਦਾ ਕਿ ਠੀਕ ਹੈ, ਮੈਂ ਵੀ ਤੁਹਾਡੇ ਨਾਲ ਚੱਲਾਂਗਾ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਦੇਖਿਆ ਕਿ ਤੁਸੀਂ ਅੱਜ ਤੱਕ ਕਦੇ ਕੁਟੀਆ ਕੱਲੀ ਨਹੀਂ ਸੀ ਛੱਡੀ। ਉਹ ਕਹਿੰਦਾ ਮੈਂ ਕੱਲੀ ਨਹੀਂ ਛੱਡੀ ਕਿਉਂਕਿ ਮੇਰੇ ਕੋਲ ਥੋੜਾ ਬਹੁਤ ਧਨ ਹੁੰਦਾ ਤੇ ਇਹ ਧਨ ਆਪਾਂ ਨਾਲ ਲੈ ਜਾਣਾ। ਹੁਣ ਚੋਰ ਨੇ ਜੋ ਸੋਚਿਆ ਸੀ ਉਸ ਤੋਂ ਉਲਟ ਹੋ ਰਿਹਾ ਸੀ, ਪਰ ਉਸ ਨੂੰ ਲੱਗਿਆ ਕਿ ਲੰਮਾ ਰਸਤਾ ਤੈਅ ਕਰਕੇ ਜਾਣਾ ਹੈ, ਰਸਤੇ ਵਿੱਚ ਜੰਗਲ ਹੈ, ਜਿੱਥੇ ਮੈਨੂੰ ਠੀਕ ਲੱਗਿਆ ਇਹ ਮੈਂ ਪੋਟਲੀ ਖੋ ਕੇ ਭੱਜ ਜਾਵਾਂਗਾ। ਉਸਨੇ ਦੇਖਿਆ ਕਿ ਬਾਬਾ ਬਹੁਤ ਜ਼ਿਆਦਾ ਸਤਰਕ ਹੈ, ਇਸਨੇ ਪੋਟਲੀ ਖਵਾਉਣੀ ਨਹੀਂ। ਇਸ ਤਰੀਕੇ ਨਾਲ ਉਹ ਕਹਿੰਦਾ ਕਿ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਗਈ ਹੈ, ਮੈਂ ਬਹੁਤ ਜ਼ਿਆਦਾ ਥੱਕ ਗਿਆ ਹਾਂ, ਆਪਾਂ ਥੋੜਾ ਜਿਹਾ ਆਰਾਮ ਕਰ ਲਈਏ, ਫਿਰ ਥੋੜੇ ਸਮੇਂ ਬਾਅਦ ਆਪਾਂ ਚਲੇ ਜਾਵਾਂਗੇ। ਦੋਵੇਂ ਜਣੇ ਆਰਾਮ ਕਰਨ ਲਈ ਬੈਠ ਜਾਂਦੇ ਨੇ। ਜਦੋਂ ਉਹ ਦੇਖਦਾ ਹੈ ਕਿ ਬਾਬਾ ਗੂੜੀ ਨੀਂਦ ਸੌਂ ਗਿਆ ਤੇ ਉਹ ਪੋਟਲੀ ਹੌਲੀ ਜਿਹੀ ਚੁਰਾ ਕੇ ਉੱਥੋਂ ਭੱਜ ਜਾਂਦਾ ਹੈ। ਜਦੋਂ ਬਾਬੇ ਨੂੰ ਜਾਗ ਆਉਂਦੀ ਹੈ ਤੇ ਨਾ ਉੱਥੇ ਉਸ ਦਾ ਭਗਤ ਹੁੰਦਾ ਹੈ ਤੇ ਨਾ ਉਸ ਦੀ ਪੋਟਲੀ। ਉਹ ਉੱਚੀ ਉੱਚੀ ਰੋਣ ਲੱਗਦਾ। ਅਸਲ ਵਿੱਚ ਲੋਕਾਂ ਨਾਲ ਠੱਗੀਆਂ ਮਾਰ ਕੇ ਕੀਤੇ ਪੈਸੇ ਨੇ ਤੇ ਇਸੇ ਤਰ੍ਹਾਂ ਵਿਅਰਥ ਚਲੇ ਜਾਣਾ ਸੀ। ਉਹ ਜਦੋਂ ਰੋ ਰਿਹਾ ਹੁੰਦਾ ਤਾਂ ਉਧਰੋਂ ਨਗਰ ਵਾਲੇ ਵੀ ਉਡੀਕ ਕਰਕੇ ਉਸੇ ਰਸਤੇ ਨੂੰ ਤੁਰ ਪੈਂਦੇ ਨੇ। ਉਹ ਆ ਕੇ ਦੇਖਦੇ ਨੇ ਕਿ ਜਿਹੜੇ ਬਾਬੇ ਨੂੰ ਅਸੀਂ ਸੱਦਾ ਪੱਤਰ ਭੇਜਿਆ ਉਹ ਤੇ ਰਸਤੇ ਵਿੱਚ ਬੈਠਾ ਰੋ ਰਿਹਾ। ਉਹਨਾਂ ਦੇ ਵਿੱਚ ਨਿਆਣੇ ਸਿਆਣੇ ਹਰ ਕਿਸਮ ਦੇ ਲੋਕ ਹੁੰਦੇ ਨੇ। ਆ ਕੇ ਬਾਬੇ ਨੂੰ ਚੁੱਪ ਕਰਾਉਂਦੇ ਨੇ, ਪੁੱਛਦੇ ਨੇ ਕਿ ਬਾਬਾ ਜੀ ਕੀ ਗੱਲ ਹੋਈ, ਕਿਸੇ ਭਗਤ ਨੂੰ ਕੁਝ ਗੱਲ ਹੋ ਗਈ, ਕੀ ਗੱਲ ਤੁਸੀਂ ਰੋ ਕਿਉਂ ਰਹੇ ਹੋ? ਤਾਂ ਬਾਬਾ ਸਾਰੀ ਕਹਾਣੀ ਸੁਣਾ ਦਿੰਦਾ। ਸਾਰੇ ਲੋਕ ਬਾਬੇ ਨੂੰ ਹੌਸਲਾ ਦੇਣ ਲੱਗਦੇ ਨੇ ਕਿ ਚਲੋ ਕੋਈ ਗੱਲ ਨਹੀਂ, ਹੋਰ ਧਨ ਆ ਜਾਵੇਗਾ, ਹੋਰ ਪੈਸਾ ਮਿਲ ਜਾਵੇਗਾ, ਕੋਈ ਗੱਲ ਨਹੀਂ, ਤੁਹਾਡਾ ਚੇਲਾ ਵੀ ਵਾਪਸ ਆ ਜਾਵੇਗਾ, ਕੋਈ ਹੋਰ ਇਨਸਾਨ, ਚੰਗਾ ਇਨਸਾਨ, ਚੰਗੀ ਨੀਅਤ ਵਾਲਾ ਤੁਹਾਡਾ ਚੇਲਾ ਬਣ ਜਾਵੇਗਾ। ਪਰ ਇੰਨੇ ਨੂੰ ਇੱਕ ਸਮਝਦਾਰ ਬੰਦਾ ਵਿੱਚੋਂ ਉੱਠ ਕੇ ਕਹਿੰਦਾ ਹੈ ਕਿ ਇਹ ਕਿਵੇਂ ਸੰਭਵ ਹੈ? ਇਹ ਬਾਬਾ ਤਾਂ ਲੋਕਾਂ ਦੇ ਭਵਿੱਖ ਦੇਖਦਾ ਸੀ, ਇਸ ਤੋਂ ਆਪਣਾ ਭਵਿੱਖ ਨਹੀਂ ਦੇਖਿਆ ਗਿਆ। ਇਹ ਤਾਂ ਲੋਕਾਂ ਨੂੰ ਦੇਖ ਕੇ ਕਹਿ ਦਿੰਦਾ ਸੀ ਕਿ ਫਲਾਣਾ ਬੰਦਾ ਚੰਗਾ, ਫਲਾਣਾ ਮਾੜਾ ਹੈ, ਤੇ ਆਪਣੇ ਨਾਲ ਚੱਤੋ ਪੈਰ ਰਹਿਣ ਵਾਲੇ ਬੰਦੇ ਦੀ ਪਰਖ ਨਾ ਹੋਈ ਬਾਬੇ ਤੋਂ। ਇਹ ਬਾਬਾ 100% ਢੋਂਗੀ ਹੈ। ਸੋ ਇਸ ਕਹਾਣੀ ਰਾਹੀਂ ਕਹਾਣੀਕਾਰ ਸਾਨੂੰ ਇੱਕ ਵੱਡਾ ਸੰਦੇਸ਼ ਦਿੰਦਾ ਹੈ। ਬਹੁਤੀ ਵਾਰ ਕੀ ਹੁੰਦਾ ਹੈ ਕਿ ਸਾਡੇ ਕੋਲ ਕੋਈ ਆਉਂਦਾ, ਸਾਡੇ ਬਾਰੇ, ਸਾਡੇ ਭਵਿੱਖ ਬਾਰੇ ਕੋਈ ਮਾੜੀ ਗੱਲ ਕਰ ਦਿੰਦਾ, ਅਸੀਂ ਡਹਿਕ ਜਾਂਦੇ ਹਾਂ, ਅਸੀਂ ਤ੍ਰਿਪਕ ਜਾਂਦੇ ਹਾਂ, ਅਸੀਂ ਡਰ ਮਹਿਸੂਸ ਕਰਦੇ ਹਾਂ, ਭੈਭੀਤ ਹੋ ਕੇ ਉਸ ਤੋਂ ਉਪਾਅ ਪੁੱਛਦੇ ਹਾਂ, ਉਪਾਅ ਦੇ ਬਦਲੇ ਅਸੀਂ ਉਸ ਨੂੰ ਕੁਝ ਪੈਸੇ ਦੇ ਦਿੰਦੇ ਹਾਂ। ਪਰ ਖੁਦ ਸੋਚੋ ਕਿ ਜੇਕਰ ਕੋਈ ਬੰਦਾ ਭਵਿੱਖ ਵੇਖਣਾ ਜਾਣਦਾ ਹੋਵੇ ਤੇ ਉਹ ਆਪਣਾ ਭਵਿੱਖ ਵੇਖ ਕੇ ਆਪਣੇ ਭਵਿੱਖ ਦਾ ਉਪਾਅ ਨਾ ਕਰ ਲਵੇ, ਦਰ ਤੇ ਠੋਕਰਾਂ ਕਿਉਂ ਖਾਵੇ? ਇਸੇ ਤਰੀਕੇ ਨਾਲ ਕਹਾਣੀਕਾਰ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਜਾਣ ਦੀ, ਵਹਿਮਾਂ ਭਰਮਾਂ ਤੋਂ ਨਿਕਲਣ ਦੀ ਸਿੱਖਿਆ ਦਿੰਦਾ ਹੈ ਤੇ ਨਾਲ ਦੀ ਨਾਲ ਇਹ ਦੱਸਦਾ ਕਿ ਜਿਹੜੀ ਹੱਕ ਦੀ ਕਮਾਈ ਹੈ ਉਹੀ ਸਾਡੇ ਕੋਲ ਰਹਿਣੀ ਹੈ, ਜਿਹੜੀ ਅਸੀਂ ਠੱਗੀਆਂ ਮਾਰ ਕੇ ਇਕੱਠੀ ਕੀਤੀ ਹੋਵੇਗੀ ਉਹ ਇਸੇ ਤਰ੍ਹਾਂ ਵਿਅਰਥ ਚਲੀ ਜਾਣੀ ਹੈ।